ਸੂਚਨਾ। ਜਪਜੀ ਸਾਹਿਬ ਦੇ ਪਾਠ ਦੀ ਸਮਾਪਤੀ ਦੇ ਬਾਅਦ ਸੋਦਰ ਤੇ ਉਸ ਤੋਂ ਉਪਰੰਤ 9 ਹੋਰ ਸ਼ਬਦ ਹਨ। ਇਹਨਾਂ ਸਾਰਿਆਂ ਦੇ ਸਮੁੱਚੇ ਨੂੰ ਰਹਿਰਾਸ ਆਖਦੇ ਹਨ, ਪਰ ਪਦ ਰਹਿਰਾਸ ਇਸ ਬਾਣੀ ਦੇ ਸਿਰੇ ਤੇ ਸਿਰਲੇਖ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਆਇਆ। ਉਂਝ ਇਸੇ ਬਾਣੀ ਵਿੱਚ ਇਹ ਪਦ ਇਉਂ ਆਇਆ ਹੈ, ਹਰ ਕੀਰਤ ਹਮਰੀ ਰਹਿਰਾਸ। ਗੂਜਰੀ ਮਹੱਲਾ ਚੌਥਾ। ਇਹ ਬਾਣੀ ਸੋਦਰ ਤੋਂ ਸ਼ੁਰੂ ਹੁੰਦੀ ਹੈ। ਸੋਦਰ ਦਾ ਪਾਠ ਜਪਜੀ ਸਾਹਿਬ ਦੀ 27ਵੀਂ ਪੌੜੀ ਵਿੱਚ ਆ ਚੁੱਕਾ ਹੈ। ਅਰਥ ਤੇ ਵਿਆਖਿਆ ਆਦਿ ਵੀ ਉੱਥੇ ਦਿੱਤੇ ਹਨ। ਸੋਦਰ ਦੀ ਬਾਣੀ ਰਾਗ ਆਸਾ ਦੇ ਆਰੰਭ ਵਿੱਚ ਫੇਰ ਤੀਸਰੀ ਵੇਰ ਲਿਖੀ ਹੈ। ਜਪਜੀ ਤੇ ਰਹਿਰਾਸ ਵਿੱਚ ਤਾਂ ਇਹ ਨਿਤਨੇਮ ਦੇ ਪਾਠ ਦੀ ਬਾਣੀ ਹੈ। ਆਸਾ ਰਾਗ ਵਿੱਚ ਇਹ ਉਸ ਰਾਗ ਦਾ ਆਰੰਭਕ ਸ਼ਬਦ ਹੈ। ਤ੍ਰੈ ਹੀ ਥਾਈਂ ਪਾਠਾਂ ਵਿੱਚ ਪਦਾਂ, ਅੱਖਰਾਂ, ਲਗਾ ਮਾਤਰਾ ਦਾ ਥੋੜ੍ਹਾ ਥੋੜ੍ਹਾ ਫਰਕ ਹੈ, ਪਰ ਸਮੁੱਚੀ ਗੱਲ ਇੱਕੋ ਹੀ ਹੈ। ਇਸ ਰਹਿਰਾਸ ਵਾਲੇ ਪਾਠ ਵਿੱਚ ਤੁਧਨੋਂ ਪਦ ਬਹੁਤ ਵੇਰ ਆਇਆ ਹੈ। ਰਹਿਰਾਸ ਵੇਲੇ ਇਹ ਸ਼ਬਦ ਦੀਵਾਨਾਂ ਵਿੱਚ ਪਹਿਲੋਂ ਰਾਗੀ ਸਿੰਘ ਆਸਾ ਰਾਗ ਵਿੱਚ ਗਾਉਂਦੇ ਹਨ। ਉਸ ਗਾਇਨ ਵਿੱਚ ਤੁਧਨੋਂ ਪਦ ਦਾ ਸਹਾਰਾ ਇੱਕ ਸੁਖਦਾਈ ਆਧਾਰ ਦਿੰਦਾ ਹੈ ਤੇ ਤਵੱਜੋ ਨੂੰ ਬਾਰ-ਬਾਰ ਹਜ਼ੂਰੀ ਵਿੱਚ ਖਿੱਚਦਾ ਹੈ। ਆਸਾ ਰਾਗ ਵਾਲੇ ਪਾਠ ਵਿੱਚ ਵੀ ਤੁਧਨੋਂ ਪਦ ਦੁਹਰਾਇਆ ਗਿਆ ਹੈ, ਕਿਉਂਕਿ ਉੱਥੇ ਵੀ ਰਾਗ ਆਸਾ ਲਿਖਿਆ ਹੈ, ਜਿਸ ਦਾ ਭਾਵ ਆਸਾ ਰਾਗ ਵਿੱਚ ਗਾਇਨ ਤੋਂ ਹੈ। ਪਰ ਜਪਜੀ ਦੇ ਪਾਠ ਵਿੱਚ ਰਾਗ ਆਸਾ ਨਹੀਂ ਲਿਖਿਆ, ਇਸ ਲਈ ਕਿ ਜਪਜੀ ਸਾਹਿਬ ਸਿੱਖਾਂ ਦਾ ਨਿੱਤ ਦਾ ਪਾਠ ਹੈ। ਪਾਠ ਕਰਦਿਆਂ ਰਾਗ ਦੀ ਲੋੜ ਨਹੀਂ ਪੈਂਦੀ। ਸੋਦਰ ਦਾ ਗਾਇਨ ਤੇ ਰਹਿਰਾਸ ਦਾ ਪਾਠ ਦੀਵਾਨਾਂ ਵਿੱਚ ਵੀ ਹੁੰਦਾ ਹੈ ਤੇ ਹਰੇਕ ਸਿੱਖ ਨਵੇਕਲੇ ਇਹ ਪਾਠ ਸੰਝਾ ਦਾ ਨਿਤਨੇਮ ਜਾਣ ਕੇ ਵੀ ਕਰਦਾ ਹੈ। ਸੋ ਇਸ ਪਾਠ ਦੀ ਮਰਿਆਦਾ ਸੰਗਤੀ ਵੀ ਹੈ ਤੇ ਸ਼ਖਸੀ ਵੀ ਹੈ, ਅਰਥਾਤ ਹਰ ਸਿੱਖ ਦਾ ਆਪਣਾ ਨਿਤਨੇਮ ਵੀ ਹੈ ਤੇ ਦੀਵਾਨਾਂ ਵਿੱਚ ਇਸ ਦਾ ਪਾਠ ਹੋਣਾ ਸਮੁੱਚੀ ਰਹੋ ਰੀਤ ਵੀ ਹੈ। ਸ੍ਰੀ ਜਪਜੀ ਸਾਹਿਬ ਮੁੱਕ ਚੁੱਕੀ ਹੈ ਤੇ ਅੱਗੋਂ ਰਹਿਰਾਸ ਆਰੰਭ ਹੁੰਦੀ ਹੈ। ਜਪਜੀ ਵਿੱਚ ਮਹੱਲਾ, ਰਹਾਉ ਤੇ ਘਰ ਨਹੀਂ ਦਿੱਤੇ ਹੋਏ, ਪਰ ਅੱਗੇ ਇਹਨਾਂ ਪਦਾਂ ਨੇ ਜਗ੍ਹਾ ਜਗ੍ਹਾ ਆਉਣਾ ਹੈ। ਇਸ ਕਰਕੇ ਇੱਥੇ ਇਹਨਾਂ ਤਿੰਨਾਂ ਦੀ ਵਿਵੇਚਨਾ ਕਰ ਦਿੱਤੀ ਜਾਂਦੀ ਹੈ ਜੋ ਅੱਗੋਂ ਸਾਰੇ ਕੰਮ ਆਵੇ। ਮਹੱਲ, ਮਹੱਲਾ। ਜਿਸ ਵਜੂਦ ਵਿੱਚ ਵਾਹਿਗੁਰੂ ਦੀ ਗੁਰ ਜੋਤ ਉਤਰੀ, ਅਰਥਾਤ ਗੁਰੂ ਨਾਨਕ ਸਾਹਿਬ ਜੀ, ਉਹਨਾਂ ਤੋਂ ਫਿਰ ਜਿਨ੍ਹਾਂ ਵਿੱਚ ਉਤਰੀ, ਅਰਥਾਤ ਅਗਲੇ ਗੁਰੂ ਸਾਹਿਬ। ਗੁਰਬਾਣੀ ਵਿੱਚ ਇਹ ਪਾਦ ਅੱਗੇ ਅੰਕ ਦੇ ਕੇ ਪਾਤਸ਼ਾਹੀ ਦਾ ਪਤਾ ਦਿੰਦਾ ਹੈ। ਜਿਸ ਤਰ੍ਹਾਂ ਸ੍ਰੀ ਰਾਗ ਮਹੱਲਾ ਪਹਿਲਾ। ਦੇਖੋ ਸ਼ਬਦ ਦੂਸਰੇ ਦਾ ਸਿਰਲੇਖ। ਸ੍ਰੀ ਰਾਗ ਮਹੱਲ ਪਹਿਲਾ। ਦੇਖੋ ਸ਼ਬਦ ਛੇਵਾਂ। ਇਥੇ ਮਤਲਬ ਹੈ ਸ੍ਰੀ ਗੁਰੂ ਨਾਨਕ ਦੇਵ ਜੀ, ਇਸੀ ਤਰ੍ਹਾਂ ਮਹੱਲਾ ਪੰਜਵਾ ਗੁਰੂ ਅਰਜਨ ਦੇਵ ਜੀ, ਮਹੱਲਾ ਨਾਵਾਂ ਗੁਰੂ ਤੇਗ ਬਹਾਦਰ ਸਾਹਿਬ ਜੀ। ਗੁਰੂ ਸਾਹਿਬਾਂ ਦੇ ਸਮੇਂ ਇੱਕ ਫਾਰਸੀ ਦਾ ਲੇਖਕ ਮਹੱਲ ਦਾ ਇਹੋ ਅਰਥ ਲਿਖ ਗਿਆ ਦੱਸੀਦਾ ਹੈ, ਇੱਕ ਗੁਰੂ ਦੂਜੇ ਵਿੱਚ ਹਲੂਲ ਕਰਦਾ ਉਤਰਦਾ ਹੈ, ਇਸ ਕਰਕੇ ਮਹੱਲ ਕਹਾਉਂਦਾ ਹੈ। ਮਹੱਲ ਪਦ ਅਰਬੀ ਮੂਲਕ ਹੈ, ਪਰ ਸੰਸਕ੍ਰਿਤੀ ਵਿੱਚ ਵੀ ਹੈ। ਮਹਿਲਾ, ਜਿਸ ਦਾ ਅਰਥ ਇਸਤਰੀ ਹੈ। ਗੁਰਬਾਣੀ ਵਿੱਚ ਵੀ ਇਹ ਪਦ ਇਸਤਰੀ ਅਰਥਾਂ ਵਿੱਚ ਆਇਆ ਹੈ। ਮਹਿਲ ਕੁਚੱਜੀ ਮੜਵੜੀ, ਕਾਲੀ ਮਨਹੁਕ ਸੁਧ। ਮਾਰੂ ਵਾਰ ਮਹੱਲਾ ਪੰਜਵਾ। ਅਰਬੀ ਵਿੱਚ ਮਹੱਲ ਨਾਮ ਉਤਰਨੇ ਦੀ ਜਗ੍ਹਾ ਦਾ ਹੈ। ਘਰ, ਮਕਾਨ, ਧੌਲਰ। ਇਸ ਪਦ ਦੇ ਹੋਰ ਅਰਥ ਇਉਂ ਲਿਖੇ ਹਨ, ਮਕਾਨ ਦਾ ਵੱਡਾ ਕਮਰਾ, ਜਨਾਨਾ ਕਮਰਾ, ਕਿਸੇ ਅਮੀਰ ਘਰ ਦਾ ਜਨਾਨੀਆਂ ਦਾ ਰਿਹਾਇਸ਼ੀ ਹਿੱਸਾ, ਇਲਾਕਾ, ਅਹੁਦਾ, ਦਰਜਾ, ਰਾਜੇ ਜਾਂ ਅਮੀਰ ਦੀ ਵਹੁਟੀ, ਰਾਣੀ, ਇਸਤਰੀ, ਵਕਤ, ਮੌਕਾ। ਇਸੀ ਤਰ੍ਹਾਂ ਮਹੱਲਾ ਪਦ ਦਾ ਅਰਥ ਹੈ
ਉਤਰਨੇ ਦੇ ਬਹੁਤੇ ਥਾਂੋਂ ਅਤੇ ਫੌਜਾਂ ਦਾ ਅਭਿਆਸ ਨਿਮਿਤ ਹੱਲਾ ਕਰਨਾ। ਇਸ ਪਦ ਦਾ ਅਰਬੀ ਧਾਤੂ ਹੱਲ ਭਾਵ ਉਤਰਨਾ, ਇਸ ਤੋਂ ਬਣੇ ਪਦ ਮਹੱਲ ਤੇ ਮਹੱਲਾ ਦਾ ਉਚਾਰਨ ਹੈ। ਅਧਿਕ ਵਾਲਾ ਅਰਥਾਤ ਮਹੱਲ ਤੇ ਮਹੱਲਾ, ਪਰ ਪੰਜਾਬੀ ਲਹਿਜੇ ਵਿੱਚ ਪਦ ਮਹੱਲ ਅਕਸਰ ਅਧਿਕ ਤੋਂ ਬਿਨਾਂ ਮਹਿਲ ਉਚਾਰਨ ਹੁੰਦਾ ਹੈ। ਜਿਸ ਤਰ੍ਹਾਂ ਰਾਜੇ ਦਾ ਮਹਿਲ, ਜੋ ਬਹੁ ਵਚਨ ਹੋਵੇ ਤਾਂ ਵੀ ਅਧਿਕ ਤੋਂ ਬਿਨਾਂ, ਜਿਸ ਤਰ੍ਹਾਂ ਰਾਜਾ ਮਹਿਲਾਂ ਵਿੱਚ ਹੈ। ਗੁਰਬਾਣੀ ਵਿੱਚ ਵੀ ਇਸੇ ਤਰ੍ਹਾਂ ਦਾ ਉਚਾਰਨ ਹੈ। ਇੱਕ ਬਚਨ ਖੋਲ ਕਵਾਰਾ ਮਹਿਲ ਬੁਲਾਇਆ, ਰਾਮਕਲੀ ਮਹੱਲਾ ਪੰਜਵਾ। ਬਹੁ ਵਚਨ ਮਹਿਲਾ ਮੰਝ ਨਿਵਾਸ, ਵਾਰ ਮਾਝ ਮਹੱਲਾ ਪਹਿਲਾ। ਮਹਿਲਾਂ ਵਿੱਚ ਨਿਵਾਸ ਹੈ। ਉਂਝ ਗੁਰਬਾਣੀ ਵਿੱਚ ਅਧਿਕ ਸਮੇਤ ਮਹੱਲ ਉਚਾਰਨ ਵੀ ਆਇਆ ਹੈ। ਜਿਸ ਤਰ੍ਹਾਂ ਤਾ ਸੁਖ ਲਹ ਹੈ ਮਹੱਲ, ਸੋਰਠ ਮਹੱਲਾ ਪਹਿਲਾ। ਇੱਥੇ ਉਚਾਰਨ ਹੈ ਮਹੱਲ ਅਧਿਕ ਵਾਲਾ। ਇਸੇ ਤਰ੍ਹਾਂ ਜਦ ਮਹੱਲਾ ਪਦ ਇੱਕ ਵਚਨ ਵਿੱਚ ਆਉਂਦਾ ਹੈ ਤਾਂ ਵੀ ਪੰਜਾਬੀ ਉਚਾਰਨ ਅਧਿਕ ਸਮੇਤ ਹੁੰਦਾ ਹੈ। ਜੈਸੇ ਕਿ ਸਰੀਨਾ ਦਾ ਮਹੱਲਾ, ਅੱਜ ਸਿੰਘਾਂ ਦਾ ਮਹੱਲਾ ਚੜ੍ਹਿਆ ਹੈ। ਅਰਬੀ ਵਿੱਚ ਪਦ ਮਹੱਲ ਪੁਲਿੰਗ ਹੈ ਤੇ ਮਹੱਲਾ ਪਦ ਇਸਤਰੀ ਲਿੰਗ ਹੈ। ਪਰ ਗੁਰਬਾਣੀ ਵਿੱਚ ਇਹ ਪਦ ਜਦ ਸਿਰਲੇਖਾਂ ਵਿੱਚ ਆਇਆ ਹੈ ਤਾਂ ਪੁਲਿੰਗ ਹੈ। ਜਿਸ ਤਰ੍ਹਾਂ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਪਹਿਲਾ ਪਦ ਤੋਂ ਸਹੀ ਹੋ ਗਿਆ ਕਿ ਮਹੱਲਾ ਪਦ ਪੁਲਿੰਗ ਹੈ। ਇਸ ਤੋਂ ਇਹ ਵੀ ਸਪਸ਼ਟ ਹੋ ਗਿਆ ਕਿ ਮਹੱਲਾ ਪਹਿਲਾ ਨੂੰ ਮਹੱਲਾ ਇੱਕ ਨਹੀਂ ਪੜ੍ਹਨਾ, ਪਰ ਮਹੱਲਾ ਪਹਿਲਾ ਪੜ੍ਹਨਾ ਹੈ। ਅਰਬੀ ਵਿੱਚ ਇੱਕ ਹੋਰ ਪਦ ਹੈ ਮਹੱਲਾ, ਜਿਸ ਦਾ ਅਰਥ ਹੈ ਸਲਾਹਿਆ ਗਿਆ, ਭਾਵ ਸਰਬ ਉਪਮਾ ਜੋਗ। ਹੋ ਸਕਦਾ ਹੈ ਕਿ ਇਹ ਪਦ ਮਹੱਲਾ ਦਾ ਮੂਲ ਹੋਵੇ, ਸਲਾਹਿਆ ਗਿਆ ਗੁਰੂ। ਰਹਾਉ। ਹਿੰਦੀ ਕੋਸ਼ਕਾਰ ਲਿਖਦੇ ਹਨ ਕਿ ਗੀਤ ਵਿੱਚ ਦਾ ਪਹਿਲਾ ਪਦ ਟੇਕ ਜਾਂ ਸਥਾਈ ਜਾਂ ਰਹਾਉ ਕਹੀਦਾ ਹੈ। ਨਾਲ ਹੀ ਦੱਸਦੇ ਹਨ ਕਿ ਇਹ ਪਦ ਰਹਾਉ ਵਿਸ਼ੇਸ਼ ਕਰਕੇ ਪੰਜਾਬ ਵਿੱਚ ਵਰਤਿਆ ਜਾਂਦਾ ਹੈ। ਸੋ ਪੰਜਾਬੀ ਠੇਠ ਬੋਲੀ ਦਾ ਇਹ ਸੰਗੀਤਕ ਪਦ ਇਹੋ ਅਰਥ ਰੱਖਦਾ ਹੈ। ਗੀਤ ਦੇ ਗਾਇਨ ਵਿੱਚ ਅਕਸਰ ਚਾਰ ਹਿੱਸੇ ਹੁੰਦੇ ਹਨ: ਅਸਥਾਈ, ਸੰਚਾਰੀ, ਅੰਤਰਾ ਤੇ ਭੋਗ। ਪਰ ਆਮ ਵਰਤਾਰੇ ਵਿੱਚ ਦੋ ਹਨ, ਸਥਾਈ ਤੇ ਅੰਤਰਾ। ਅੰਤਰੇ ਦੀ ਹਰ ਤੁਕ ਦੇ ਮਗਰੋਂ ਸਥਾਈ ਦੀ ਤੁਕ ਰਹਿ ਰਹਿ ਕੇ ਜਾਂ ਮੁੜ ਮੁੜ ਗਾਵੀਂਦੀ ਹੈ। ਇਸ ਕਰਕੇ ਉਸ ਨੂੰ ਰਹਾਉ ਕਹੀਦਾ ਹੈ। ਗੁਰਬਾਣੀ ਵਿੱਚ ਜਿੱਥੇ ਦੋ ਸਥਾਈਆਂ ਦੇ ਗਾਇਨ ਦਾ ਭਾਵ ਹੈ, ਉਥੇ ਕਈ ਥਾਈਂ ਰਹਾਉ ਦੂਜਾ ਤੀਜਾ ਵੀ ਵਿਦਮਾਨ ਹੈ। ਗਾਉਣ ਵਾਲੀ ਦੀ ਮਰਜ਼ੀ ਹੈ, ਜਿਹੜਾ ਰਹਾਉ ਚਾਹੇ ਗਾਵੇ। ਸ਼ਬਦ ਤੋਂ ਛੁੱਟ ਕਿਤੇ ਸਾਰੀ ਬਾਣੀ ਵਿੱਚ ਵੀ ਇੱਕ ਰਹਾਉ ਆਇਆ ਹੈ। ਜੈਸਾ ਕਿ ਰਾਮਕਲੀ ਦੀ ਪਹਿਲੀ ਵਾਰ ਦੀ ਪਹਿਲੀ ਪੌੜੀ ਦੇ ਅੰਤ ਰਹਾਉ ਦੀ ਤੁਕ ਹੈ: ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ ਰਹਾਉ। ਵਾਰ ਰਾਮਕਲੀ ਮਹੱਲਾ ਤੀਜਾ। ਇਸ ਦਾ ਇਹ ਭਾਵ ਹੈ ਕਿ ਹਰ ਪੌੜੀ ਦੇ ਮਗਰੋਂ ਇਹ ਤੁਕ ਲੈਣੀ ਹੈ। ਇਸੀ ਤਰ੍ਹਾਂ ਸਿੱਧ ਗੋਸ਼ਟ, ਦੱਖਣੀ ਓੰਕਾਰ ਤੇ ਸੁਖਮਨੀ ਵਿੱਚ ਇੱਕੋ ਇੱਕ ਰਹਾਉ ਦੋ ਤੁਕਾਂ ਦਾ ਹੈ। ਕਿਆ ਭਵੀਐ ਸਚ ਸੂਚਾ ਹੋਇ, ਸਾਚ ਸ਼ਬਦ ਬਿਨ ਮੁਕਤ ਨ ਕੋਇ। ਰਹਾਉ। ਸਿੱਧ ਗੋਸ਼ਟ। ਸੁਣ ਪਾਂਡੇ ਕਿਆ ਲਿਖੋ ਜੰਝਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਰਹਾਉ। ਦੱਖਣੀ ਓੰਕਾਰ। ਇਸੇ ਤਰ੍ਹਾਂ ਸੁਖਮਨੀ ਵਿੱਚ ਇਹ ਇੱਕੋ ਰਹਾਉ ਹੈ: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ। ਸੁਖਮਨੀ ਸਾਹਿਬ। ਸੰਗੀਤਕ ਗ੍ਰੰਥਾਂ ਵਿੱਚ ਰਹਾਉ ਦੇ 4 ਭੇਦ ਤੇ ਅੱਗੋਂ 96 ਪ੍ਰਭੇਦ ਹਨ। ਸੰਗੀਤ ਵਿਦਿਆ ਵਾਲੇ ਜਿਸ ਨੂੰ ਟੇਕ, ਸਥਾਈ ਜਾਂ ਰਹਾਉ ਕਹਿੰਦੇ ਹਨ, ਉਸ ਨੂੰ ਬਾਰ-ਬਾਰ ਅੰਤਰੇ ਮਗਰੋਂ ਗਾਉਂਦੇ ਨੇ, ਕਿਉਂਕਿ ਉਸ ਵਿੱਚ ਗੀਤ ਦਾ ਮੁੱਖ ਖਿਆਲ ਜਾਂ ਸਿਧਾਂਤ ਜਾਂ ਉਸ ਵਿੱਚ ਗੀਤ ਦਾ ਚਮਤਕਾਰੀ ਭਾਵ ਹੁੰਦਾ ਹੈ।
ਸੋ ਗੁਰਬਾਣੀ ਵਿੱਚ ਅਰਥ ਪੱਖ ਵਿੱਚ ਰਹਾਉ ਤੋਂ ਅਰਥ ਚੁੱਕਿਆ ਵਿਵਸਥਾ ਠੀਕ ਲੱਗਦੀ ਹੈ। ਜਾਂ ਇਉਂ ਸਮਝੋ ਕਿ ਮੁੱਖ ਖਿਆਲ ਜਾਂ ਸਾਰੇ ਭਾਵ ਦੀ ਧੁਰ ਜਾਂ ਚਮਤਕਾਰ ਰਹਾਉ ਵਿੱਚ ਹੁੰਦਾ ਹੈ। ਇਹ ਕਹਿਣਾ ਠੀਕ ਨਹੀਂ ਕਿ ਰਹਾਉ ਸੰਗੀਤਕ ਪਦ ਨਹੀਂ ਤੇ ਇਹ ਕੇਵਲ ਅਰਥ ਪੱਖ ਦੀ ਸ਼ੈ ਹੈ, ਜਾਂ ਇਹ ਨਿਰਾ ਸੰਗੀਤਕ ਪਦ ਹੈ ਤੇ ਕੇਵਲ ਗਾਇਨ ਸੰਬੰਧੀ ਸੈਣਤ ਮਾਤਰ ਹੈ। ਇਹ ਸ਼ੁੱਧ ਸੰਗੀਤਕ ਪਦ ਹੈ ਤੇ ਸੰਗੀਤਕ ਰਹਿਨੁਮਾਈ ਇਸ ਵਿੱਚ ਹੈ। ਪਰੰਤੂ ਕਿਉਂ ਸੰਗੀਤ ਵਿਦਿਆ ਵਿੱਚ ਇੱਕ ਖਾਸ ਤੁਕ ਨੂੰ ਰਹਾਉ ਕਹਿੰਦੇ ਹਨ ਤੇ ਬਾਕੀ ਦੀਆਂ ਨੂੰ ਨਹੀਂ? ਇਸ ਕਰਕੇ ਕਿ ਸਾਰੇ ਗੀਤ ਦੀ ਤਾਸੀਰ ਲਈ ਰਹਾਉ ਦੀ ਤੁਕ ਵਿੱਚ ਮੁੱਖ ਭਾਵ ਸਿਧਾਂਤ ਅਥਵਾ ਕਾਵਿ ਦੇ ਨੁਕਤੇ ਤੋਂ ਕੋਈ ਚਮਤਕਾਰੀ ਕਟਾਖ ਹੁੰਦਾ ਹੈ। ਅੰਤਰੇ ਦੀ ਹਰ ਤੁਕ ਦੇ ਬਾਅਦ ਉਸ ਦਾ ਗਾਇਨ ਅੰਤਰੇ ਦੀ ਤਰਜ਼ ਨਾਲੋਂ ਬਦਲ ਜਾਂਦਾ ਹੈ ਤੇ ਆਪਣੀ ਸੰਗੀਤਕ ਤਾਸੀਰ ਪਾਉਂਦਾ ਹੈ, ਨਾਲ ਹੀ ਅਰਥ ਭਾਵ ਵਿੱਚ ਮੁੱਖ ਭਾਵ ਨੂੰ ਦ੍ਰਿੜਾਉਂਦਾ ਹੈ। ਅੱਗੇ ਹੈ ਘਰ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਾਗਾਂ ਦੀ ਬਾਣੀ ਦੀ ਵੰਡ ਦੇ ਚੌਪਦੀਆਂ, ਅਸ਼ਟਪਦੀਆਂ ਤੇ ਛੰਤਾਂ ਦੇ ਸਿਰੇ ਤੇ ਇਹ ਸਿਰਲੇਖ ਆਉਂਦਾ ਹੈ ਤੇ ਸੰਗੀਤ ਦੇ ਇਸ ਸੂਖਮ ਭੇਦ ਦੀ ਵੰਡ 17 ਘਰਾਂ ਤੱਕ ਗਈ ਹੈ। ਜੈਸੇ ਕਿ ਆਸਾ ਰਾਗ ਵਿੱਚ ਕਈ ਰਾਗਾਂ ਵਿੱਚ ਭਗਤ ਬਾਣੀ ਦੇ ਪਦਿਆਂ ਪਰ ਵੀ ਇਹ ਸਿਰਲੇਖ ਹੈ, ਪਰ ਕਈ ਰਾਗ ਐਸੇ ਵੀ ਹਨ ਜਿਨ੍ਹਾਂ ਵਿੱਚ ਘਰਾਂ ਦੀ ਵੰਡ ਦਾ ਇਹ ਸਿਰਲੇਖ ਨਹੀਂ ਹੈ, ਜੈਸੇ ਕਿ ਗੌੜੀ, ਨਟ, ਮਾਲੀ ਗੌੜਾ, ਤੁਖਾਰੀ ਆਦਿ। ਲੰਮੀਆਂ ਬਾਣੀਆਂ ਜੈਸੇ ਕਿ ਸੁਖਮਣੀ, 52 ਅੱਖਰੀ, ਸਿੱਧ ਗੋਸ਼ਟ, ਓੰਕਾਰ, ਆਨੰਦ, ਵਾਰਾਂ, ਮਾਰੂ ਸੋਲ੍ਹੇ ਆਦਿ, ਇਹਨਾਂ ਬਾਣੀਆਂ ਦੇ ਵਿੱਚ ਵੀ ਘਰ ਦਾ ਸਿਰਲੇਖ ਨਹੀਂ ਹੈ। ਸ੍ਰੀਮਾਨ ਡਾਕਟਰ ਚਰਨ ਸਿੰਘ ਜੀ ਨੇ ਆਪਣੀ ਰਚਨਾ ਬਾਣੀ ਬਿਓਰਾ ਵਿੱਚ ਘਰ ਸਿਰਲੇਖ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਹੈ। ਇਹ ਸਿਰਲੇਖ ਜਗ੍ਹਾ ਜਗ੍ਹਾ ਲਿਖਿਆ ਹੈ। ਅਰਥ ਇਸ ਦਾ ਤਾਰ ਭਾਵ ਤਾਲ ਹੈ। ਘਰ ਪਦ ਦੇ ਅੱਗੇ ਜੋ ਅੰਕ ਹੋਵੇ ਉਸ ਅਨੁਸਾਰ ਸਮਝ ਲਵੋ ਕਿ ਸ਼ਬਦ ਉਸ ਤਾਲ ਵਿੱਚ ਗਾਉਣਾ ਚਾਹੀਏ, ਕਿਉਂਕਿ ਸੁਰ, ਤਾਲ, ਲੈ, ਅੰਗ, ਨਿਆਸ, ਗ੍ਰਹਿ ਇਹੋ ਗੱਲਾਂ ਰਾਗ ਦਾ ਸਰੂਪ ਪ੍ਰਕਾਸ਼ਦੀਆਂ ਹਨ। ਇਸੇ ਲਈ ਜਿੰਨੇ ਜਿੰਨੇ ਤਾਲ ਵਿੱਚ ਜੋ ਜੋ ਰਾਗ ਦਾ ਸ਼ਬਦ ਜਾਂ ਬਾਣੀ ਉਚਰੀ ਸੋ ਸੋ ਗਾਉਣੇ ਲਈ ਉਸ ਦੇ ਤਾਲ ਦਾ ਪਤਾ ਨਾਲ ਲਿਖਿਆ ਹੈ। ਨੋਟ: ਤਾਰ, ਤਾਲ, ਘਰ ਇੱਕੋ ਹੀ ਗੱਲ ਹੈ। ਤਾਲ ਦੇ ਭੇਦ ਸੰਗੀਤ ਗ੍ਰੰਥਾਂ ਵਿੱਚ ਬਹੁਤ ਲਿਖੇ ਪਏ ਹਨ। ਖੋਜੀ ਲੋਕ ਉਹਨਾਂ ਗ੍ਰੰਥਾਂ ਵਿੱਚੋਂ ਦੇਖ ਸਕਦੇ ਹਨ। ਇੱਥੇ ਵਿਸ਼ੇਸ਼ ਪ੍ਰਕਰਨ ਇਸ ਲਈ ਨਹੀਂ ਲਿਖਿਆ ਕਿ ਇਹ ਪ੍ਰਕਰਨ ਬਹੁਤ ਭਾਰੀ ਹੈ। ਗ੍ਰੰਥ ਇਸੇ ਖੁਲਾਸੇ ਵਿੱਚ ਭਾਰੀ ਹੋ ਜਾਏਗਾ ਤੇ ਅਸਲ ਮਤਲਬ ਬੇਪਤਾ ਰਹਿ ਜਾਏਗਾ। ਦੇਖਣ ਲਈ ਗ੍ਰੰਥ ਸੁਰ ਤਾਲ ਸਮੂਹ, ਰਾਗ ਰਤਨਾਕਰ ਦੇ 5ਵੇਂ ਅਧਿਆਏ ਅਤੇ ਸਰਮਾਇਆ ਇਸ਼ਰਤ ਆਦਿਕ ਵਿੱਚ ਬਹੁਤ ਖੁਲਾਸਾ ਹਾਲ ਲਿਖਿਆ ਹੈ। ਬਾਣੀ ਬਿਓਰਾ ਪੰਨਾ 16। ਕਈ ਦਾਨੇ ਘਰ ਦੇ ਦੋ ਭਾਵ ਦੱਸਦੇ ਹਨ, ਇੱਕ ਤਾਲ ਤੇ ਦੂਜਾ ਸਵਰ, ਤੇ ਮੂਰਛਨਾਂ ਦੇ ਭੇਦ ਕਰਕੇ ਇੱਕ ਹੀ ਰਾਗ ਦੇ ਸਰਗਮ ਪ੍ਰਸਤਾਰ ਅਨੁਸਾਰ ਗਾਉਣ ਦੇ ਪ੍ਰਕਾਰ। ਅੰਮ੍ਰਿਤਸਰ ਦੇ ਪ੍ਰਸਿੱਧ ਹਜ਼ੂਰੀ ਰਾਗੀ ਭਾਈ ਸੰਤ ਸਿੰਘ ਜੀ ਘਰਾਂ ਸੰਬੰਧੀ ਆਪਣੀ ਖੋਜ ਤਾਲ ਦੀਆਂ ਮਾਤਰਾ ਨੂੰ ਹੀ ਲੈ ਕੇ ਕੀਤਾ ਕਰਦੇ ਸਨ। ਸੰਗੀਤ ਵਿੱਚ ਗੀਤ ਤੇ ਤਾਲ ਦਾ ਸਮਾਂ ਨਿਰੂਪਣ ਕਰਨ ਲਈ ਉਤਨਾ ਕਾਲ ਜਿਤਨਾ ਇੱਕ ਸਵਰ ਦੇ ਉਚਾਰਨ ਵਿੱਚ ਲੱਗਦਾ ਹੈ।